Good morning students. Today we do balance of payment chapter. Topic disequilibrium in balance of payment. Disequilibrium ਦਾ meaning ਕੀ ਹੁੰਦਾ? असंतुलन, ਭੁਗਤਾਨ ਬਾਕੀ ਦੇ ਵਿੱਚ असंतुलन। असंतुलन मीनस ਉਹਦੇ ਵਿੱਚ बैलेंस ਦਾ ਨਾ ਹੋਣਾ, संतुलन ਦਾ ਨਾ ਹੋਣਾ। देखो equilibrium in balance of payment is achieved when net balance of all receipts and payment is zero। ਇਕੁਲਿਬਰਮ ਕੀ ਹੁੰਦਾ ਹੈ ਕਿ ਭੁਗਤਾਨ ਬਾਕੀ ਜਿਹੜਾ ਭੁਗਤਾਨ ਬਾਕੀ ਦੇ ਵਿੱਚ ਸੰਤੁਲਨ ਪਾਇਆ ਜਾਂਦਾ ਉਹ ਹੈ ਜਿਹਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਤੇ ਭੁਗਤਾਨ ਨੇ ਦੋਨਾਂ ਦਾ ਡਿਫਰੈਂਸ ਕੀ ਹੋਵੇ, ਜ਼ੀਰੋ ਹੋਵੇ, ਦੋਨਾਂ ਦਾ ਅੰਤਰ ਜ਼ੀਰੋ ਹੋਵੇ, ਨਾ ਪ੍ਰਾਪਤੀਆਂ ਜ਼ਿਆਦਾ ਹੋਣ ਤੇ ਨਾ ਭੁਗਤਾਨ ਜ਼ਿਆਦਾ ਹੋਣ। ਵੈਨ ਦਾ ਨੈਟ ਬੈਲੈਂਸ ਇਜ਼ ਪੋਜ਼ਿਟਿਵ ਇਟ ਇਜ਼ ਅ ਡਿਸਇਕੁਲਿਬਰਮ ਵਿਦ ਸਰਪਲਸ ਬੈਲੈਂਸ। ਜਦੋਂ ਦੇਖੋ ਨੈਟ ਬੈਲੈਂਸ ਪੋਜ਼ਿਟਿਵ ਹੋਊਗਾ ਮੀਨਸ ਆਪਣੇ ਰਿਸੀਪਟਸ ਜ਼ਿਆਦਾ ਹੋਣਗੀਆਂ, ਪ੍ਰਾਪਤੀਆਂ ਜ਼ਿਆਦਾ ਹੋਣਗੀਆਂ ਤੇ ਭੁਗਤਾਨ ਘੱਟ ਹੋਣਗੇ, ਤਾਂ ਇਹ ਕਿਹੜਾ ਹੋਊਗਾ? ਸਰਪਲਸ ਡਿਸਇਕੁਲਿਬਰਮ ਇਨ ਬੈਲੈਂਸ ਆਫ ਪੇਮੈਂਟ। ਵਾਧੇ ਦਾ ਅਸੰਤੁਲਨ। On the other hand, when the net balance is negative, it is a disequilibrium with the deficit balance। ਦੂਜੀ ਸਾਈਡ ਤੇ ਜਦੋਂ ਨੈਟ ਬੈਲੈਂਸ ਨੈਗੇਟਿਵ ਹੋਊਗਾ ਤਾਂ ਇਹ ਡੈਫੀਸਿਟ ਬੈਲੈਂਸ ਹੋਊਗਾ, ਡਿਸਇਕੁਲਿਬਰਮ ਟਾਈਪ, ਕਿ ਇਹਦੇ ਵਿੱਚ ਪੇਮੈਂਟਸ ਜ਼ਿਆਦਾ ਹੋਣਗੀਆਂ ਤੇ ਰਿਸੀਪਟਸ ਕੀ ਹੋਣਗੀਆਂ? ਘੱਟ ਹੋਣਗੀਆਂ। ਡਿਸਇਕੁਲਿਬਰਮ ਦੇ ਕਾਰਨ ਕੀ ਨੇ? ਇਹਦੇ ਕਾਰਨ ਫਸਟ ਕੀ ਹੈ? ਇਕਨੋਮਿਕ ਫੈਕਟਰਸ, ਆਰਥਿਕ ਤੱਤ। ਆਰਥਿਕ ਤੱਤ ਦੇ ਵਿੱਚ ਫਸਟ ਕੀ ਹੈ? ਹਿਊਜ ਡਿਵੈਲਪਮੈਂਟ ਐਕਸਪੈਂਡੀਚਰ ਬਾਏ ਦਾ ਗਵਰਨਮੈਂਟ। ਕਿ ਆਰਥਿਕ ਤੱਤ ਇੱਕ ਵੱਡਾ ਕਾਰਨ ਇਹ ਹੈ ਕਿ ਸਰਕਾਰ ਦੁਆਰਾ ਜ਼ਿਆਦਾ ਤੋਂ ਜ਼ਿਆਦਾ ਵਿਕਾਸਾਤਮਕ ਖਰਚੇ ਕਰਨੇ। ਜਦੋਂ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਵਿਕਾਸਾਤਮਕ ਖਰਚੇ ਕਰਦੀ ਜਾਊਗੀ ਤਾਂ ਸਰਕਾਰ ਦੇ ਖਰਚੇ ਵੱਧਦੇ ਜਾਣਗੇ ਤੇ ਉਹਨਾਂ ਦੇ ਐਕਸਪੋਰਟ ਘਟਦੇ ਜਾਣਗੇ। ਐਕਸਪੋਰਟ ਘਟਦੇ ਜਾਣਗੇ, ਇੰਪੋਰਟ ਹੋ ਸਕਦਾ ਵੱਧ ਵੀ ਸਕਦੇ ਨੇ, ਕਿਉਂਕਿ ਹੋ ਸਕਦਾ ਉਹਨਾਂ ਨੂੰ ਇਨਫਰਾਸਟਰਕਚਰ ਦੀਆਂ ਕੋਈ ਮਟੀਰੀਅਲ, ਕੁਛ ਵੀ ਮਟੀਰੀਅਲ ਉਹਨਾਂ ਨੂੰ ਇੰਪੋਰਟ ਵੀ ਕਰਨਾ ਪੈ ਸਕਦਾ। ਸੋ ਇਹਦੇ ਕਰਕੇ ਉਹਨਾਂ ਦਾ ਬੈਲੈਂਸ ਆਫ ਪੇਮੈਂਟ ਡਿਸਇਕੁਲਿਬਰਮ ਦੇ ਵਿੱਚ, ਬੈਲੈਂਸ ਆਫ ਪੇਮੈਂਟ ਦੇ ਵਿੱਚ ਅਸੰਤੁਲਨ ਆ ਸਕਦਾ ਹੈ, ਕਿਉਂਕਿ ਗਵਰਨਮੈਂਟ ਜ਼ਿਆਦਾ ਤੋਂ ਜ਼ਿਆਦਾ ਖਰਚੇ ਕਰ ਸਕਦੀ ਹੈ ਜਿਹਦੇ ਨਾਲ ਉਹਨਾਂ ਦੇ ਐਕਸਪੋਰਟ 'ਤੇ ਵੀ ਇਫੈਕਟ ਪਊਗਾ, ਜਿਹਦੇ ਨਾਲ ਉਹਨਾਂ ਦਾ ਬੈਲੈਂਸ ਆਫ ਪੇਮੈਂਟ ਅਸੰਤੁਲਿਤ ਹੋ ਸਕਦਾ। ਸੈਕਿੰਡ, ਬਿਜ਼ਨਸ ਸਾਈਕਲਸ ਇਨ ਟਰਮਸ ਆਫ ਰਿਸੈਸ਼ਨ, ਡਿਪਰੈਸ਼ਨ, ਰਿਕਵਰੀ ਐਂਡ ਬੂਮ। ਦੇਖੋ ਬਿਜ਼ਨਸ ਸਾਈਕਲ ਨੇ, ਜਿਹੜੇ ਵਪਾਰਿਕ ਚੱਕਰ ਹੁੰਦੇ ਨੇ ਉਹ ਕਿਹੜੇ ਕਿਹੜੇ ਹੁੰਦੇ ਨੇ ਕਿ ਇਹਦੇ ਵਿੱਚ ਇੱਕ ਤਾਂ ਬਹੁਤ ਤੇਜ਼ੀ ਦੀ ਸਥਿਤੀ ਹੋ ਜਾਂਦੀ ਹੈ, ਬਹੁਤ ਮੰਦੀ ਦੀ ਸਥਿਤੀ ਹੋ ਜਾਂਦੀ ਹੈ, ਡਾਊਨ ਚੱਲ ਜਾਂਦੀ ਹੈ ਜੋ ਟ੍ਰੇਡ ਹੁੰਦਾ ਹੈ, ਜਾਂ ਉਹਦੇ 'ਚ ਰਿਕਵਰੀ ਹੋਣ ਲੱਗਦੀ ਹੈ, ਜਾਂ ਬਹੁਤ ਜ਼ਿਆਦਾ ਹਾਈ ਪੁਆਇੰਟ 'ਤੇ ਹੁੰਦੇ ਨੇ, ਆਪਣੀ ਹਾਈ ਪੁਆਇੰਟ ਨੂੰ ਅਚੀਵ ਕਰ ਲੈਂਦੇ ਨੇ, ਉਹਨਾਂ ਦਾ ਟ੍ਰੇਡ ਬਹੁਤ ਜ਼ਿਆਦਾ ਵਧੀਆ ਚੱਲਦਾ ਹੁੰਦਾ। A period of boom may witness large scale of export of a country. Accordingly, a surplus balance of payment disequilibrium may occur। ਦੇਖੋ ਜਦੋਂ ਬੂਮ ਦੀ ਪੋਜੀਸ਼ਨ ਆਊਗੀ, ਬਹੁਤ ਜ਼ਿਆਦਾ ਤੇਜ਼ੀ ਦੀ ਪੋਜੀਸ਼ਨ ਆਊਗੀ, ਤਾਂ ਉਸ ਟਾਈਮ 'ਤੇ ਸਾਡੇ ਐਕਸਪੋਰਟ ਵੱਧ ਜਾਣਗੇ, ਕਿਉਂਕਿ ਪ੍ਰੋਡਕਸ਼ਨ ਬਹੁਤ ਹਾਈ ਲੈਵਲ 'ਤੇ ਹੁੰਦੀ ਪਈ। ਜਦੋਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਹੁੰਦੀ ਪਈ ਤਾਂ ਉਹਦੇ ਨਾਲ ਸਾਡੇ ਐਕਸਪੋਰਟ ਵੀ ਵਧਣਗੇ। ਜਦੋਂ ਐਕਸਪੋਰਟ ਵਧਣਗੇ ਤਾਂ ਸਾਡੀ ਕੰਟਰੀ ਦੇ ਵਿੱਚ ਜੋ ਬੈਲੈਂਸ ਆਫ ਪੇਮੈਂਟ ਹੋਊਗਾ ਸਰਪਲਸ 'ਚ ਹੋਊਗਾ। ਸਰਪਲਸ ਮੀਨ ਸਾਡੀਆਂ ਰਿਸੀਪਟਸ ਜ਼ਿਆਦਾ ਹੋ ਜਾਣਗੀਆਂ, ਪੇਮੈਂਟ ਘੱਟ ਜਾਣਗੀਆਂ, ਜਿਹਦੇ ਕਰਕੇ ਜਿਹੜਾ ਡਿਸਇਕੁਲਿਬਰਮ ਪਾਇਆ ਜਾਊਗਾ ਉਹ ਸਰਪਲਸ 'ਤੇ ਪਾਇਆ ਜਾਊਗਾ। Third, high rate of inflation in the domestic market, compelling large scale import of essential goods। ਦੇਖੋ ਜਦੋਂ ਕੀਮਤਾਂ ਵਿੱਚ ਵਾਧਾ ਬਹੁਤ ਤੇਜ਼ੀ ਦੇ ਨਾਲ ਹੁੰਦਾ ਹੋਵੇ ਘਰੇਲੂ ਬਾਜ਼ਾਰ ਦੇ ਵਿੱਚ, ਆਪਣੇ ਦੇਸ਼ ਦੇ ਬਾਜ਼ਾਰ ਦੇ ਵਿੱਚ, ਆਪਣੀ ਕੰਟਰੀ ਦੇ ਅੰਦਰ ਕੀਮਤਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਾਧਾ ਪਿਆ, ਪਰ ਇੰਪੋਰਟਸ ਦੇ ਵਿੱਚ ਇੰਨੀ ਜ਼ਿਆਦਾ ਇੰਪੋਰਟ ਦੀਆਂ ਪ੍ਰਾਈਸਿਸ ਨਹੀਂ, ਬਟ ਆਪਣੀ ਕੰਟਰੀ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਨੇ, ਤਾਂ ਸਾਡੀਆਂ ਰਿਸੀਪਟਸ ਔਰ ਪੇਮੈਂਟ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੋ ਸਕਦਾ ਸਾਡੀਆਂ ਰਿਸੀਪਟਸ ਘੱਟ ਹੋਣ ਜਾਂ ਤੇ ਪੇਮੈਂਟ ਕੀ ਹੋਵੇ, ਬਹੁਤ ਜ਼ਿਆਦਾ ਹੋਵੇ, ਜਾਂ ਸਾਡੀਆਂ ਰਿਸੀਪਟਸ ਬਹੁਤ ਜ਼ਿਆਦਾ ਹੋ ਸਕਦੀਆਂ ਨੇ ਤੇ ਪੇਮੈਂਟ ਬਹੁਤ ਘੱਟ ਹੋ ਸਕਦੀ ਹੈ, ਜਿਹਦੇ ਕਰਕੇ ਡਿਸਇਕੁਲਿਬਰਮ ਦੀ ਕੰਡੀਸ਼ਨ ਆ ਸਕਦੀ ਹੈ। ਨੈਕਸਟ ਪੁਆਇੰਟ, ਡਿਵੈਲਪਮੈਂਟ ਆਫ ਇੰਪੋਰਟ ਸਬਸਟੀਟਿਊਟਸ because of which imports are reduced and deficit balance of payment is disequilibrium is narrowed। ਦੇਖੋ ਜਦੋਂ ਅਸੀਂ ਇੰਪੋਰਟ ਸਬਸਟੀਟਿਊਟ ਕਰਾਂਗੇ, ਆਯਾਤ ਪ੍ਰਤੀਸਥਾਪਨ ਕਰਾਂਗੇ, ਆਯਾਤ ਪ੍ਰਤੀਸਥਾਪਨ ਵਿੱਚ ਵਾਧਾ ਕਰਾਂਗੇ ਤਾਂ ਸਾਨੂੰ ਆਯਾਤ ਘੱਟ ਕਰਨੇ ਪੈਣੇ ਨੇ। ਮੀਨਸ ਇੰਪੋਰਟ ਸਬਸਟੀਟਿਊਟ ਦਾ ਮੀਨਿੰਗ ਕੀ ਹੈ ਕਿ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਆਪਣੇ ਦੇਸ਼ ਦੇ ਅੰਦਰ ਹੀ ਉੱਦਾਂ ਦੀਆਂ ਦਿਖਣ ਵਾਲੀਆਂ ਵਸਤੂਆਂ ਤਿਆਰ ਕਰਨਾ। ਜਦੋਂ ਸਾਡੇ ਦੇਸ਼ ਦੇ ਵਿੱਚ ਉੱਦਾਂ ਦੀਆਂ ਵਸਤੂਆਂ ਤਿਆਰ ਕੀਤੀਆਂ ਜਾਣ ਲੱਗਣਗੀਆਂ ਤਾਂ ਸਾਡਾ ਜੋ ਇੰਪੋਰਟ ਕਰਦੇ ਹਾਂ ਅਸੀਂ ਉਹ ਘੱਟ ਜਾਣਗੇ ਜਾਂ ਬੰਦ ਹੋ ਜਾਣਗੇ, ਜਿਹਦੇ ਨਾਲ ਸਾਡੇ ਪੇਮੈਂਟਸ
ਘਟ ਜਾਣਗੀਆਂ, ਪੇਮੈਂਟ ਸਾਈਡ ਘਟ ਜੂਗੀ ਔਰ ਰਿਸੀਵਡ ਸਾਈਡ ਵੱਧ ਜੂਗੀ, ਜਿਹਦੇ ਨਾਲ ਸਾਡਾ ਬੈਲੈਂਸ ਆਫ ਪੇਮੈਂਟ ਡਿਸਇਕੁਇਲਿਬ੍ਰਿयम 'ਚ ਆ ਜਾਊਗਾ। Next point, change in the cost structure of the trading partners occurring due to technology and managerial innovations। ਦੇਖੋ ਕਿਸੇ ਚੀਜ਼ ਨੂੰ ਬਣਾਉਣ ਦੇ ਵਿੱਚ ਕੋਸਟ ਦੇ ਵਿੱਚ ਤਬਦੀਲੀ ਆ ਜਾਣੀ, ਉਹਦੀ ਕੋਸਟ ਬਹੁਤ ਜ਼ਿਆਦਾ ਇੱਕੋਦਮ ਵੱਧ ਜਾਣੀ ਜਾਂ ਬਹੁਤ ਜ਼ਿਆਦਾ ਘਟ ਜਾਣੀ ਅਕੋਰਡਿੰਗ ਟੂ ਪਾਰਟਨਰਸ ਜਾਂ ਜੋ ਵੀ ਉਹਦੇ ਪ੍ਰਬੰਧਕੀ ਢਾਂਚੇ ਦੇ ਅਨੁਸਾਰ ਉਹਦੀ ਕੀਮਤਾਂ ਦੇ ਵਿੱਚ ਲਾਗਤ ਦੇ ਵਿੱਚ ਵਾਧਾ ਜਾਂ ਲਾਗਤ ਦੇ ਵਿੱਚ ਕਮੀ ਹੋ ਜਾਣੀ, ਤਾਂ ਇਹਦੇ ਨਾਲ ਸਾਡੀ ਐਕਸਪੋਰਟ ਔਰ ਇੰਪੋਰਟ 'ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ, ਜਿਹਦੇ ਨਾਲ ਸਾਡੇ ਇੰਪੋਰਟ ਜਾਂ ਐਕਸਪੋਰਟ ਬਹੁਤ ਜ਼ਿਆਦਾ ਵੱਧ ਜਾਂ ਘਟ ਜਾਂਦੇ ਨੇ ਅਤੇ ਡਿਸਇਕੁਇਲਿਬ੍ਰਿयम ਹੋ ਜਾਂਦਾ ਬੈਲੈਂਸ। ਨੈਕਸਟ ਕਾਜ਼ ਪੋਲੀਟੀਕਲ ਫੈਕਟਰਸ। ਪੋਲੀਟੀਕਲ ਫੈਕਟਰਸ, first point, political instability owing to which inflow of direct foreign investment or portfolio investment from abroad may shrink, causing a leakage on the credit side of balance of payment। ਰਾਜਨੀਤਿਕ ਅਸਥਿਰਤਾ ਪਾਈ ਜਾਣੀ, ਰਾਜਨੀਤਿਕ ਅਸਥਿਰਤਾ ਦੇ ਨਾਲ ਵੀ ਸਾਡੀ ਪ੍ਰਤੱਖ ਜੋ ਅਸੀਂ ਫੋਰਨ ਇਨਵੈਸਟਮੈਂਟ ਕਰਨੀ ਹੈ, ਜੋ ਪੋਰਟਫੋਲੀਓ ਇਨਵੈਸਟਮੈਂਟ ਕਰਨੀ ਹੈ, ਫੋਰਨ ਇਨਵੈਸਟਮੈਂਟ ਅਤੇ ਪੋਰਟਫੋਲੀਓ ਇਨਵੈਸਟਮੈਂਟ ਦਾ ਮੀਨਿੰਗ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪੋਰਟਫੋਲੀਓ ਇਨਵੈਸਟਮੈਂਟ ਕੀ ਹੁੰਦੀ ਹੈ ਅਤੇ ਡਾਇਰੈਕਟ ਫੋਰਨ ਇਨਵੈਸਟਮੈਂਟ ਕੀ ਹੁੰਦੀ ਹੈ। ਡਾਇਰੈਕਟ ਫੋਰਨ ਇਨਵੈਸਟਮੈਂਟ ਦੇ ਵਿੱਚ ਸਾਡਾ ਉਹਦੇ ਉੱਪਰ ਪੂਰਾ ਕੰਟਰੋਲ ਹੁੰਦਾ ਹੈ ਅਤੇ ਪੋਰਟਫੋਲੀਓ ਇਨਵੈਸਟਮੈਂਟ ਦੇ ਵਿੱਚ ਇਹਦੇ ਵਿੱਚ ਸਾਡਾ ਪੂਰਾ ਕੰਟਰੋਲ ਨਹੀਂ ਹੁੰਦਾ। ਸੋ ਜਦੋਂ ਰਾਜਨੀਤਿਕ ਅਸਥਿਰਤਾ ਹੁੰਦੀ ਹੈ ਤਾਂ ਉਹਦੇ ਨਾਲ ਸਾਡੇ ਡਾਇਰੈਕਟ ਫੋਰਨ ਇਨਵੈਸਟਮੈਂਟ ਅਤੇ ਪੋਰਟਫੋਲੀਓ ਇਨਵੈਸਟਮੈਂਟ ਵੀ ਘਟ ਜਾਣਗੇ, ਜਿਹਦੇ ਨਾਲ ਸਾਡੇ ਬੈਲੈਂਸ ਆਫ ਪੇਮੈਂਟ 'ਤੇ ਇਫੈਕਟ ਪਊਗਾ, ਬੈਲੈਂਸ ਆਫ ਪੇਮੈਂਟ ਡਿਸਇਕੁਇਲਿਬ੍ਰਿयम 'ਚ ਆ ਜਾਊਗਾ। ਸੈਕਿੰਡ, ਪੋਪੂਲਿਜ਼ਮ ਪੋਲਿਸੀਜ਼ ਆਫ ਗਵਰਨਮੈਂਟ ਜਨਰਲੀ ਪਰਸਿਊਡ ਔਨ ਦਾ ਇਲੈਕਸ਼ਨ ਈਵ। ਜੋ ਰਾਜਨੀਤਿਕ ਤੌਰ 'ਤੇ ਪ੍ਰਸਿੱਧ ਨੀਤੀਆਂ ਨੇ ਸਰਕਾਰ ਦੀਆਂ, ਉਹ ਵੀ ਜਦੋਂ ਇਲੈਕਸ਼ਨ ਦੇ ਟਾਈਮ 'ਤੇ ਸਾਨੂੰ ਜ਼ਿਆਦਾ ਖਰਚਾ ਸਾਡੀ ਕੰਟਰੀ ਦੇ ਵਿੱਚ ਹੀ ਕਰਨਾ ਪੈਂਦਾ ਤਾਂ ਉਹਦੇ ਨਾਲ ਸਾਡੇ ਟਰੇਡ 'ਤੇ, ਇੰਟਰਨੈਸ਼ਨਲ ਟਰੇਡ 'ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ, ਉਹਦੇ ਨਾਲ ਸਾਡਾ ਇੰਟਰਨੈਸ਼ਨਲ ਟਰੇਡ ਘਟਦਾ ਵੱਧਦਾ ਰਹਿੰਦਾ, ਜਿਹਦੇ ਨਾਲ ਸਾਡਾ ਬੈਲੈਂਸ ਆਫ ਪੇਮੈਂਟ ਡਿਸਇਕੁਇਲਿਬ੍ਰਿयम 'ਚ ਆ ਜਾਂਦਾ। ਥਰਡ ਕਾਜ਼ ਕੀ ਹੈ? ਸੋਸ਼ਲ ਫੈਕਟਰਸ। ਚੇਂਜ, ਫਸਟ ਪੁਆਇੰਟ, ਚੇਂਜ ਇਨ ਦਾ ਟੇਸਟ ਐਂਡ ਪ੍ਰੈਫਰੈਂਸ। ਲੋਕਾਂ ਦੇ ਜਦੋਂ ਸਵਾਦ ਜਾਂ ਜੋ ਲੋਕ ਜਿਸ ਚੀਜ਼ ਨੂੰ ਤਰਜੀਹ ਦਿੰਦੇ ਨੇ, ਜ਼ਿਆਦਾ ਪਸੰਦ ਕਰਦੇ ਆ, ਉਹਨਾਂ ਦੇ ਵਿੱਚ ਵੀ ਬਦਲਾਵ ਆ ਜਾਣਾ। ਜਦੋਂ ਉਹਨਾਂ ਦੋਨਾਂ 'ਚ ਵੀ ਬਦਲਾਵ ਆਉਂਦਾ ਹੈ ਤਾਂ ਵੀ ਸਾਡੇ ਐਕਸਪੋਰਟ ਇੰਪੋਰਟ ਘਟਦੇ ਜਾਂ ਵੱਧਦੇ ਨੇ ਅਤੇ ਬੈਲੈਂਸ ਆਫ ਪੇਮੈਂਟ ਡਿਸਇਕੁਇਲਿਬ੍ਰਿयम 'ਚ ਹੋ ਜਾਂਦਾ ਹੈ। ਪ੍ਰੀਜੁਡਿਸ ਅਮੰਗ ਡਿਫਰੈਂਟ ਕੰਟਰੀਜ਼। ਅਲੱਗ-ਅਲੱਗ ਕੰਟਰੀਜ਼ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਜੋ ਉਹਨਾਂ ਦੀਆਂ ਪੋਲਿਸੀਜ਼ ਨੇ ਉਹਨਾਂ ਦੇ ਵਿੱਚ ਚੇਂਜ ਹੁੰਦਾ ਰਹਿੰਦਾ ਜਾਂ ਉਹਨਾਂ ਦੀਆਂ ਆਪਸ ਦੇ ਵਿੱਚ ਰਿਲੇਸ਼ਨ ਚੇਂਜ ਹੁੰਦੇ ਰਹਿੰਦੇ ਨੇ ਤਾਂ ਉਹਦੇ ਨਾਲ ਵੀ ਐਕਸਪੋਰਟ ਇੰਪੋਰਟ ਡਿਸਇਕੁਇਲਿਬ੍ਰਿयम 'ਚ ਜਾਂਦਾ ਹੈ। ਨੈਕਸਟ, ਮੈਜ਼ਰਸ ਟੂ ਕਰੈਕਟ ਐਡਵਰਸ ਬੈਲੈਂਸ ਆਫ ਪੇਮੈਂਟ। ਜੋ ਇਹ ਐਡਵਰਸ ਵਿਰੋਧੀ ਬੈਲੈਂਸ ਆਫ ਪੇਮੈਂਟ ਹੈ, ਜੋ ਇਹ 'ਚ ਡਿਸਇਕੁਇਲਿਬ੍ਰਿयम ਪਾਇਆ ਜਾਂਦਾ, ਉਹਨੂੰ ਕਿਸ ਤਰੀਕੇ ਨਾਲ ਕਰੈਕਟ ਕੀਤਾ ਜਾਊਗਾ? ਕਰੈਕਟ ਕਿਵੇਂ ਕੀਤਾ ਜਾਊਗਾ? ਫਸਟ, ਡਿਸਕਰੇਜ ਇੰਪੋਰਟਸ। ਜੋ ਅਸੀਂ ਆਯਾਤ ਕਰਦੇ ਹਾਂ ਉਹਨਾਂ ਨੂੰ ਡਿਸਕਰੇਜ ਕਰਨਾ। ਜਦੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਾਡਾ ਦੇਸ਼ ਵਿੱਚ ਆਯਾਤ ਕੀਤੇ ਜਾਂਦੇ ਨੇ ਤਾਂ ਜਦੋਂ ਅਸੀਂ ਉਹਨੂੰ ਡਿਸਕਰੇਜ ਕਰਾਂਗੇ, ਨਿਰਉਤਸ਼ਾਹਿਤ ਕਰਾਂਗੇ ਤਾਂ ਵੀ ਸਾਡਾ ਤਾਂ ਆਯਾਤ ਘਟ ਕੇ ਨਿਰਯਾਤਾਂ ਦੇ ਬਰਾਬਰ ਆ ਜਾਣਗੇ, ਜਿਹਦੇ ਨਾਲ ਸਾਡਾ ਬੈਲੈਂਸ ਆਫ ਪੇਮੈਂਟ ਇਕੁਇਲਿਬ੍ਰਿयम 'ਚ ਆ ਜਾਊਗਾ। ਸੈਕਿੰਡ, ਇੰਪੋਰਟ ਡਿਊਟੀਜ਼। ਇੰਪੋਰਟ ਡਿਊਟੀਜ਼ ਆਯਾਤਾਂ 'ਤੇ ਟੈਕਸ ਵਧਾ ਦੇਣੇ। ਜਦੋਂ ਆਯਾਤਾਂ 'ਤੇ ਟੈਕਸ ਵਧਾ ਦਿੱਤੇ ਜਾਣਗੇ ਤਾਂ ਸਾਡੇ ਆਯਾਤ ਘਟ ਜਾਣਗੇ, ਜਿਹਦੇ ਨਾਲ ਸਾਡਾ ਬੈਲੈਂਸ ਆਫ ਪੇਮੈਂਟ ਇਕੁਇਲਿਬ੍ਰਿयम 'ਚ ਆ ਜਾਊਗਾ। ਇੰਪੋਰਟ ਕੋਟਾ ਫਿਕਸ ਕਰ ਦੇਣਾ। ਇੰਪੋਰਟ ਕਰਨ ਦੀ ਮਾਤਰਾ ਫਿਕਸ ਕਰ ਦੇਣੀ, ਕੁਆਂਟਿਟੀ ਫਿਕਸ ਕਰਨ ਦੇ ਨਾਲ ਵੀ ਸਾਡਾ ਬੈਲੈਂਸ ਆਫ ਪੇਮੈਂਟ ਇਕੁਇਲਿਬ੍ਰਿयम 'ਚ ਆ ਸਕਦਾ ਹੈ। ਇਨਕਰੇਜਿੰਗ ਇੰਪੋਰਟ ਸਬਸਟੀਟਿਊਟਸ। ਆਯਾਤ ਪ੍ਰਤੀਸਥਾਪਨ ਨੂੰ ਜ਼ਿਆਦਾ ਉਤਸ਼ਾਹਿਤ ਕਰਨਾ ਕਿ ਜੋ ਅਸੀਂ ਚੀਜ਼ਾਂ ਆਯਾਤ ਕਰਦੇ ਹਾਂ ਉੱਦਾਂ ਦੀਆਂ ਦਿਖਣ ਵਾਲੀਆਂ ਚੀਜ਼ਾਂ ਜਾਂ ਉੱਦਾਂ ਦੇ ਕੰਮ ਯੂਜ਼ ਹੋਣ ਵਾਲੀਆਂ ਚੀਜ਼ਾਂ ਆਪਣੀ ਕੰਟਰੀ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾਣ। ਸੈਕਿੰਡ, ਐਕਸਪੋਰਟ ਪ੍ਰਮੋਸ਼ਨ। ਨਿਰਯਾਤਾਂ ਨੂੰ ਉਤਸ਼ਾਹਿਤ ਕਰਨਾ। ਜਿੰਨੇ ਤੋਂ ਜ਼ਿਆਦਾ ਨਿਰਯਾਤ ਅਸੀਂ ਕਰਾਂਗੇ ਉਨਾ ਸਾਡੀ ਕੰਟਰੀ ਦੇ ਵਿੱਚ ਰਿਸੀਵਟਸ ਹੋਣਗੀਆਂ ਅਤੇ ਉਹ ਪੇਮੈਂਟਸ ਦੇ ਇਕੁਅਲ ਆ ਜਾਣਗੇ, ਜਿਹਦੇ ਨਾਲ ਸਾਡਾ ਬੈਲੈਂਸ ਆਫ ਪੇਮੈਂਟ ਇਕੁਇਲਿਬ੍ਰਿयम 'ਚ ਹੋ ਜਾਊਗਾ। ਡਿਫਲੇਸ਼ਨ, ਕੀਮਤਾਂ ਦੇ ਵਿੱਚ ਕਮੀ ਕਰ ਦੇਣੀ। ਜਦੋਂ ਕੀਮਤਾਂ ਵਿੱਚ ਘਟਾ ਦਿੱਤੀਆਂ ਜਾਣਗੀਆਂ ਤਾਂ ਉਹਦੇ ਨਾਲ ਵੀ ਸਾਡੇ ਟਰੇਡ ਨੂੰ ਕਾਫੀ ਜ਼ਿਆਦਾ ਇਫੈਕਟ ਹੋਊਗਾ ਅਤੇ ਸਾਡੇ ਐਕਸਪੋਰਟ ਵੀ ਵਧਣਗੇ ਅਤੇ ਸਾਨੂੰ ਬੈਲੈਂਸ ਆਫ ਪੇਮੈਂਟ ਨੂੰ ਇਕੁਇਲਿਬ੍ਰਿयम ਦੀ ਕੰਡੀਸ਼ਨ 'ਚ ਲਿਆ ਸਕਦੇ ਹਾਂ ਅਸੀਂ। ਡਿਵੈਲਿਊਏਸ਼ਨ, ਕਿ ਆਪਣੇ ਦੇਸ਼ ਦੀ ਕਰੰਸੀ ਦਾ ਮੁੱਲ ਕੀ ਕਰ ਦੇਣਾ? ਘਟਾ ਦੇਣਾ। ਜਦੋਂ ਅਸੀਂ ਆਪਣੇ ਦੇਸ਼ ਦੀ ਕਰੰਸੀ ਦਾ ਮੁੱਲ ਘਟਾ ਦਾਂਗੇ ਮੀਨਸ ਜਦੋਂ 1 ਰੁਪਇਆ ਮੰਨ ਲਓ 50 ਰੁਪਏ ਦੇ ਬਰਾਬਰ ਸੀ ਅਤੇ ਜਦੋਂ 1 ਰੁਪਇਆ 60 ਰੁਪਏ ਦੇ ਬਰਾਬਰ ਹੋ ਜਾਊਗਾ ਤਾਂ ਸਾਡੇ ਐਕਸਪੋਰਟ ਕਰਨ ਦੇ ਨਾਲ ਸਾਨੂੰ ਫਾਇਦਾ ਹੋਊਗਾ,
ਪ੍ਰੋਫਿਟ ਹੋਊਗਾ, ਜਿਹਦੇ ਨਾਲ ਡਿਵੈਲਿਊਏਸ਼ਨ ਕਰਨ ਦੇ ਨਾਲ ਵੀ ਸਾਡੇ ਐਕਸਪੋਰਟਸ ਤੋਂ ਰਿਸੀਪਟਸ ਵੱਧ ਜਾਣਗੀਆਂ ਅਤੇ ਬੈਲੈਂਸ ਆਫ ਪੇਮੈਂਟ ਇਕੁਇਲਿਬਰੀਅਮ 'ਚ ਆ ਜਾਊਗਾ। ਇਨਕਰੇਜਮੈਂਟ ਟੂ ਫੋਰਨ ਇਨਵੈਸਟਮੈਂਟ, ਜਦੋਂ ਅਸੀਂ ਦੂਜੇ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਨਿਵੇਸ਼ ਕਰਨ ਨੂੰ ਉਤਸ਼ਾਹਿਤ ਕਰਾਂਗੇ ਤਾਂ ਵੀ ਸਾਡਾ ਬੈਲੈਂਸ ਆਫ ਪੇਮੈਂਟ ਇਕੁਇਲਿਬਰੀਅਮ 'ਚ ਆ ਸਕਦਾ, ਕਿਉਂਕਿ ਉੱਥੇ ਇਨਵੈਸਟਮੈਂਟ ਕਰਨ ਨਾਲ ਸਾਡੀ ਕੰਟਰੀ ਨੂੰ ਇਨਕਮ ਹੋ ਸਕਦੀ ਹੈ। ਇਨਕਮ ਹੋਊਗੀ ਤਾਂ ਉਹਦੇ ਨਾਲ ਸਾਡੇ ਕੰਟਰੀ ਦੀਆਂ ਰਿਸੀਪਟਸ ਵਧਣਗੀਆਂ, ਜਿਹਦੇ ਨਾਲ ਬੈਲੈਂਸ ਆਫ ਪੇਮੈਂਟ ਇਕੁਇਲਿਬਰੀਅਮ 'ਚ ਆਊਗਾ। ਸਟੇਟ ਟ੍ਰੇਡਿੰਗ, ਰਾਜਾਂ ਦੇ ਵਿੱਚ ਵੀ ਵਪਾਰ ਨੂੰ ਵਧਾ ਕੇ ਅਸੀਂ ਆਪਣੇ ਵਪਾਰ ਨੂੰ ਜਾਂ ਆਪਣੇ ਬੈਲੈਂਸ ਆਫ ਪੇਮੈਂਟ ਨੂੰ ਬਰਾਬਰ ਲਿਆ ਸਕਦੇ ਹਾਂ, ਸੰਤੁਲਨ ਦੇ ਵਿੱਚ ਲਿਆ